ज़्यादा से ज़्यादा शेयर कीजिए। आप देख सकते हैं कि हरपाल चीमा जो ਦੇਸ਼ ਦੇ ਆਮ ਨਾਗਰਿਕਾਂ ਦਾ ਇਦਾਂ ਤੰਗ ਕਰ ਰਹੇ ਹੋ। ਇੱਕ ਕੁੜੀ ਨੂੰ ਸਾਨੂੰ ਹੁਣ ਅੰਦੋਲਨ 'ਚ ਬੈਠਣ ਵਾਲੇ ਲੋਕਾਂ ਨੂੰ ਜੇ ਕੋਈ ਅੰਦੋਲਨ ਦੇ ਵਿੱਚ ਆਵਾਜ਼ ਚੱਕਦਾ ਤੇ ਹੁਣ ਇਸ ਤਰੀਕੇ ਡੱਕਣਗੇ। ਅੱਜ ਇੱਕ ਨੌਦੀਪ ਨੂੰ ਦਬਾਇਆ, ਕੱਲ ਨੂੰ ਇਹ ਹੋਰਾਂ ਨੂੰ ਵੀ ਦਬਾਉਣਗੇ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਇਸ ਦਰ ਤੇ ਆ ਕੇ ਖੜੇ ਹੋ, ਵਾਰੀ-ਵਾਰੀ ਮਿਲਣ ਆਓ ਨੌਦੀਪ ਨੂੰ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਇਹ ਇਦਾਂ ਦਾ ਜਿਹੜਾ ਤੁਹਾਡੀ ਗੁੰਡਾਗਰਦੀ ਹੈ, ਇਸ ਤਰੀਕੇ ਤੁਸੀਂ ਸੱਚ ਦੇ ਲਈ ਆਵਾਜ਼ ਚੱਕਣ ਵਾਲੇ ਬੰਦੇ ਨੂੰ, ਇੱਕ ਮਜ਼ਦੂਰ ਦੀ ਕੁੜੀ ਨੂੰ ਚੱਕ ਸਕਦੇ ਆ। ਕੱਲ ਨੂੰ ਇਹ ਤੁਹਾਡੀਆਂ ਧੀਆਂ ਵੀ ਜੇ ਅੰਦੋਲਨ 'ਚ ਜਾ ਕੇ ਬਹਿੰਦੀਆਂ ਜਾਂ ਕੱਲ ਨੂੰ ਉਹ ਹੱਕ ਸੱਚ ਲਈ ਡਟਦੀਆਂ ਤਾਂ ਕਿਸੇ ਦੀ ਵੀ ਧੀ ਉੱਤੇ ਗੱਲ ਆ ਸਕਦੀ ਆ। ਅੱਜ ਗੱਲ ਸਿਰਫ ਨੌਦੀਪ ਦੀ ਨਹੀਂ ਆ, ਅੱਜ ਨੌਦੀਪ ਦੀ ਆਵਾਜ਼ ਦਾ ਵੀ ਆ, ਕੱਲ ਨੂੰ ਕੋਈ ਨਵੀਂ ਨੌਦੀਪ ਪੈਦਾ ਨਹੀਂ ਹੋਣੀ ਜੇ ਅੱਜ ਇਹਨੂੰ ਆਪਾਂ ਇਨਸਾਫ ਨਾ ਦਵਾਇਆ। ਸੋ ਜ਼ਰੂਰਤ ਇਹ ਆ ਵੀ ਆ ਕੇ ਅਸੀਂ ਨੌਦੀਪ ਦੇ ਹੱਕ 'ਚ ਖੜੀਏ। ਤੇ ਜਿਹੜੇ ਪੁਲਿਸ ਪ੍ਰਸ਼ਾਸਨ ਸਾਨੂੰ ਰੋਕ ਰਹੇ ਨੇ, ਮੈਂ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਦੀ ਆ ਹਰਿਆਣੇ ਦੇ ਨੂੰ ਕਿ ਭਰਾਵੋ ਤੁਹਾਡੇ ਥਾਣੇ, ਤੁਹਾਡੀ ਵਰਦੀ, ਤੁਹਾਡੀ ਹਰ ਇੱਕ ਚੀਜ਼, ਸਰਕਾਰੀ ਪੈਸਾ ਜਿੰਨਾ ਵੀ ਹੁੰਦਾ ਲੋਕਾਂ ਦੇ ਟੈਕਸ 'ਚੋਂ ਜਾਂਦਾ, ਲੋਕ ਦਿੰਦੇ ਨੇ। ਇਹਨਾਂ ਲੀਡਰਾਂ ਦੀਆਂ ਗੱਡੀਆਂ ਮਹਿਲ ਵੀ ਲੋਕਾਂ ਦੇ ਟੈਕਸ 'ਚੋਂ ਬਣਦੇ ਨੇ। ਜਦੋਂ ਤੁਸੀਂ ਵਰਦੀ ਪਾਉਂਦੇ ਹੋ, ਤੁਸੀਂ ਸੰਵਿਧਾਨ ਦੀ ਸਹੁੰ ਖਾਂਦੇ ਹੋ ਵੀ ਅਸੀਂ ਲੋਕਾਂ ਲਈ ਖੜਾਂਗੇ, ਨਾ ਕਿ ਜੇ ਤੁਹਾਨੂੰ ਕੋਈ ਵੀ ਲੀਡਰ ਆ ਜੇ ਤੁਹਾਨੂੰ ਗਲਤ ਆਦੇਸ਼ ਦਿੰਦਾ, ਤੁਹਾਨੂੰ ਧੱਕਾਸ਼ਾਹੀ ਗੁੰਡਾਗਰਦੀ ਕਰਨ ਦਾ ਆਦੇਸ਼ ਦਿੰਦਾ, ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਮੈਂ ਨਹੀਂ ਮੰਨਣਾ, ਮੈਂ ਮੇਰੇ ਲੋਕਾਂ ਦੇ ਨਾਲ ਆ, ਮੇਰੀ ਵਰਦੀ ਮੈਨੂੰ ਅਲਾਉ ਨਹੀਂ ਕਰਦੀ ਇਦਾਂ ਦਾ ਦਗਾ ਕਰਨਾ। ਪਰ ਗੱਲ ਕੀ ਆ, ਸਾਰੇ ਮਿਲ ਗਏ, ਉਹਨਾਂ ਨੂੰ ਲੱਗਦਾ ਵੀ ਇਹ ਦੇਸ਼ ਦੇ ਵਿੱਚ ਜਿਹੜਾ ਦਿਸ਼ਾ ਰਵੀ ਦੀ ਆਪਾਂ ਗੱਲ ਕਰੀਏ, ਦਿਸ਼ਾ ਰਵੀ, ਇਹ ਦੇਸ਼ ਦਾ ਲੋਕਤੰਤਰ ਇੰਨਾ ਕਮਜ਼ੋਰ ਹੈ ਕਿ ਇੱਕ ਕੁੜੀ ਦੇ ਟਵੀਟ ਤੋਂ ਹੀ ਡਰ ਗਿਆ। ਦਿਸ਼ਾ ਰਵੀ ਇੱਕ ਬੱਚੀ ਹੈ ਜਿਹਨੂੰ ਚੱਕ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਿਆ। ਇੱਥੇ ਨੌਦੀਪ ਨੂੰ ਰੱਖਿਆ ਹੋਇਆ ਕਰਨਾਲ ਜੇਲ੍ਹ ਦੇ ਵਿੱਚ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਕਿਹੜਾ ਨਾਰਾ ਬੀਜੇਪੀ ਸਰਕਾਰ ਨੇ ਮਾਰਿਆ ਸੀ, ਜਿਹਦੇ ਵਿੱਚ ਕੁੜੀਆਂ ਨੂੰ, ਇਹ ਨੌਜਵਾਨ ਕੁੜੀਆਂ ਅੱਜ ਜੇ ਬੋਲਦੀ ਆ, ਇੰਨਾ ਕਮਜ਼ੋਰ ਪ੍ਰਧਾਨ ਮੰਤਰੀ ਇਸ ਦੇਸ਼ ਦਾ ਵੀ ਇੱਕ ਕੁੜੀ ਦੀ ਆਵਾਜ਼ ਤੋਂ ਡਰ ਕੇ ਇੱਕ ਮਜ਼ਦੂਰ ਦੀ ਬੇਟੀ ਨੂੰ, ਜਿਹੜਾ ਬੰਦਾ ਖੁਦ ਮਜ਼ਦੂਰ ਸੀ, ਚਾਹ ਵੇਚਦਾ ਸੀ, ਉਹਨੇ ਲੋਕਾਂ ਨੂੰ ਲੱਗਦਾ ਸੀ ਵੀ ਮਜ਼ਦੂਰ ਨੂੰ ਪ੍ਰਧਾਨ ਮੰਤਰੀ ਬਣਾਉਣੇ ਆ ਤੇ ਇਹਨੇ ਕੱਲ ਨੂੰ ਸਾਡੇ ਹੱਕ 'ਚ ਖੜਨਾ। ਪਰ ਉਹ ਬੰਦਾ ਜਾ ਕੇ ਵੱਡੇ ਵੱਡੇ ਪੂੰਜੀਪਤੀਆਂ ਦੇ ਹੱਕਾਂ 'ਚ ਖੜਿਆ ਤੇ ਮਜ਼ਦੂਰਾਂ ਦੀਆਂ ਕੁੜੀਆਂ ਨੂੰ ਉਹਨੇ ਜੇਲ੍ਹ 'ਚ ਸੁੱਟਤਾ ਚੱਕ ਕੇ। ਮਜ਼ਦੂਰਾਂ ਦੇ ਬੱਚਿਆਂ ਨੂੰ ਆਪਸ 'ਚ ਦੋਫਾੜ ਕਰਤਾ, ਮਜ਼ਦੂਰਾਂ ਦੇ ਬੱਚਿਆਂ ਉੱਤੇ ਟੌਰਚਰ ਕਰ ਰਿਹਾ। ਸੋ ਐਸੇ ਪ੍ਰਧਾਨ ਮੰਤਰੀ ਜਿਹੜਾ ਇੱਕ ਛੋਟੀਆਂ 20-22 ਸਾਲ ਦੀਆਂ ਕੁੜੀਆਂ ਤੋਂ ਡਰ ਰਿਹਾ, ਅਸੀਂ ਉਹਦੇ ਬਾਰੇ ਕੀ ਸ਼ਬਦ ਬੋਲੀਏ। ਅੱਜ ਅਸੀਂ ਇੱਥੇ ਜੇਲ੍ਹ ਦੇ ਬਾਹਰ ਖੜੇ ਆ, ਸਾਡਾ ਸੰਵਿਧਾਨਕ ਹੱਕ ਆ ਕੁੜੀ ਨੂੰ ਮਿਲਣਾ। ਅਸੀਂ ਤੇ ਇੱਕ ਪਾਰਟੀ ਨੂੰ ਬਿਲੋਂਗ ਕਰਦੇ ਹਾਂ। ਜੇ ਇੱਕ ਆਮ ਬੰਦਾ ਵੀ ਐਪਲੀਕੇਸ਼ਨ ਲੈ ਕੇ ਆਉਂਦਾ ਤਾਂ ਉਹਦਾ ਹੱਕ ਆ ਕਿ ਉਹ ਜਾ ਕੇ ਜੇਲ੍ਹ ਦੇ ਕੈਦੀ ਨੂੰ ਮਿਲ ਸਕਦਾ। ਪਰ ਨਾ ਤੇ ਪਤਾ ਨਹੀਂ ਉਹ ਕੁੜੀ ਉੱਤੇ ਉਹ ਕੁੜੀ ਇਲਜ਼ਾਮ ਜਿਹੜੇ ਬਾਹਰ ਆ ਰਹੇ ਨੇ ਕਿ ਸਰੀਰਕ ਸ਼ੋਸ਼ਣ ਦੇ, ਕਿਉਂ ਡਰ ਰਹੇ ਨੇ ਇਹ? ਕਿਉਂ ਨਹੀਂ ਉਹ ਕੁੜੀ ਨਾਲ ਕਿਸੇ ਦੀ ਵਾਰਤਾਲਾਪ ਕਰਨ ਦਿੰਦੇ? ਕੀ ਤੁਹਾਨੂੰ ਡਰ ਆ ਕਿ ਤੁਹਾਡੀਆਂ ਪੋਲਾਂ ਖੋਲ ਦੂਗੀ ਜੇ ਅਸੀਂ ਮਿਲਣ ਗਏ? ਕੀ ਤੁਹਾਨੂੰ ਇਹ ਡਰ ਆ ਵੀ ਜਿਹੜਾ ਅੰਦਰੋਂ ਤੇ ਤੁਸੀਂ ਟੌਰਚਰ ਕੀਤਾ ਉਹ ਸਾਡੇ ਸਾਹਮਣੇ ਆ ਜਾਊਗਾ? ਸੋ ਗੱਲ ਇਹ ਆ ਵੀ ਇਹ ਮਰੇ ਹੋਏ ਲੋਕਤੰਤਰ, ਇਹ ਗੁੰਡਾਗਰਦੀ ਵਾਲੀਆਂ ਸਰਕਾਰਾਂ, ਇਹ ਹਰਿਆਣੇ ਦੀ ਰੱਦੀ ਸਰਕਾਰ, ਖੱਟੜ ਸਰਕਾਰ, ਮੈਂ ਤੇ ਇਹੋ ਜਿਹਾ ਜ਼ਾਲਮ ਬੰਦਾ ਹੀ ਨਹੀਂ ਵੇਖਿਆ ਜਿਹੜਾ ਇਸ ਤਰੀਕੇ ਔਰਤਾਂ ਤੇ ਤਸ਼ੱਦਦ ਢਾ ਰਿਹਾ। ਇਹੋ ਜਿਹਾ ਬੁਜ਼ਦਿਲ ਇਨਸਾਨ ਨਹੀਂ ਵੇਖਿਆ। ਤੈਨੂੰ ਔਰਤ ਨੇ ਜਨਮ ਦਿੱਤਾ। ਮੈਂ ਕਹਿੰਦੀ ਆ, ਮੈਂ ਉਹ ਪੁਲਿਸ ਮੁਲਾਜ਼ਮਾਂ ਨੂੰ ਕਹਿੰਦੀ ਆ ਜਿਹੜੇ ਲੀਡਰਾਂ ਦੀ ਮੰਨਦੇ ਨੇ ਵੀ ਭਰਾਵੋ ਜਿਹੜੀਆਂ ਵਰਦੀਆਂ ਤੇ ਤਨਖਾਹਾਂ ਇਹ ਲੋਕ ਦਿੰਦੇ ਨੇ, ਇਹ ਲੀਡਰ ਨਹੀਂ ਦਿੰਦੇ। ਲੀਡਰਾਂ ਦੇ ਵੀ ਸਾਰਾ ਜਿਹੜੇ ਲੋਕ ਟੈਕਸ ਭਰਦੇ ਉੱਥੇ ਹੀ ਆਉਂਦੇ। ਜਦੋਂ ਤੁਸੀਂ ਵਰਦੀ ਪਾਉਂਦੇ ਹੋ ਨਾ, ਸੰਵਿਧਾਨ ਦੀ ਸਹੁੰ ਖਾਂਦੇ ਹੋ ਤੇ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਂਦੇ ਹੋ। ਜੇ ਲੀਡਰ ਦਾ ਗਲਤ ਆਦੇਸ਼ ਆਉਂਦਾ, ਚੈਲੰਜ ਕਰੋ ਕਿ ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ ਕਿਸੇ ਲੀਡਰ ਦੀ, ਅਸੀਂ ਲੋਕਾਂ ਦੀ ਸੁਣਾਂਗੇ। सो आज समझता हूँ कि वो मजदूरों के अधिकारों के लिए लड़ती है, मजदूरों के अधिकारों के लिए जो पूरे देश में उसने संघर्ष शुरू किया हुआ है। और वो किसानों के संघर्ष में दिल्ली में जहाँ सिंघू बॉर्डर, टिकरी बॉर्डर, वहाँ पे वो प्रोटेस्ट में शामिल थी। वहाँ से उसको उठा के उसके ऊपर बहुत सारे झूठे मनगढ़ंत जो केस है उसको भी डाले गए और उसको जेल में बंद किया गया। उसके ऊपर 3rd डिग्री टॉर्चर किया गया। उसके साथ उसके शारीरिक शोषण भी हुआ। उसने जो बोला है, उसका जो पटिशन से सामने आया, उसके केसों से सामने आ रहा है। सो हम पंजाब के लोगों ने हमें ड्यूटी दी है, पंजाब के लोगों ने हमें ये बल बख्शा है कि हम पंजाब के लोगों की सुरक्षा करें। हमारी ड्यूटी बनती है क्योंकि पंजाब के मुख्यमंत्री कैप्टन साहब बुरी तरह फेल हुए हैं। उन्होंने खट्टर साहब से बात करनी थी, उन्होंने हरियाणा के सीएम साहब से बात करनी थी और बात करके इस बच्ची को छुड़ाना था। पर लेकिन पंजाब के मुख्यमंत्री कैप्टन साहब अपनी ड्यूटी निभाने में असफल रहे और आम आदमी पार्टी का पूरा वफद हमारे साथ, सरबजीत कौर माणूके जी जो हमारे डिप्टी लीडर है पंजाब विधानसभा में, हमारे साथ गगन अनमोल मान जी जो हमारे यूथ विंग के वाइस प्रधान हैं, हम पहुँचे हैं उस बच्ची की आवाज़ सुनने के लिए, उस बच्ची के दर्द को देखने के लिए, ताकि हम अदालत में जहाँ भी हमारी
जहाँ भी हम पहुँच कर सके वहाँ उसकी मदद कर सके। पर लेकिन हम यहाँ खड़े हैं, हमने अपनी एप्लीकेशन भेजी है प्रशासन को कि हम उस बच्ची को मिलना चाहते हैं, देखते हैं क्या करते हैं। हम यहाँ बैठे हैं, जब वो ऑर्डर करेंगे उसके बाद हम उस बच्ची को मिलके उनकी बेल रिजेक्ट हो रही है, तो आप किस तरीके से न्यायपालिका में उनका जो है साथ देने का प्रयास करेंगे? देखिए, नीचे से मेरे को तो ऐसा लगा कि उसकी बेल हो रही है। जहाँ रिजेक्ट भी होगी तो वो जो जहाँ रिजेक्ट करेगी कोर्ट, उसकी ऊपर वाली कोर्ट में हम उसको अपील करेंगे। जो नेक्स्ट कोर्ट है, अपीलेट कोर्ट है, उसमें हम अपील करेंगे। हमारा पूरा एक लीगल का एक वफद जो है उसके लिए डिप्यूट किया गया है, हम उसकी पूरी लीगल मदद करेंगे। सर, कैसे के अलावा भी और ऐसे कई यूथ हैं, कई ऐसे लड़कियां हैं जिन्हें आरोप लग रहे हैं कि उन्हें भी हिरासत में रखा गया। बिल्कुल बिल्कुल, हम पूरे देश में जहाँ भी कोई भी बच्ची, कोई भी बच्चा, कोई भी हमारा युवा नेता, कोई भी हमारा नौजवान यहाँ भी इस आंदोलन की आड़ में, इस आंदोलन के, मैं समझता हूँ ये इसको फेल करने के लिए बीजेपी और जो कांग्रेस है जो मिलके इन बच्चों को पकड़ रहे हैं, उनके लिए हम लीगल मदद भी करेंगे, उनको कानूनी सहायता भी देंगे। हमारी दिल्ली की सरकार, अरविंद केजरीवाल जी, हमारे दिल्ली के मुख्यमंत्री अरविंद केजरीवाल जी, जितने भी लोग दिल्ली में तिहाड़ जेल में बंद हैं या कहीं और जेल में बंद है, वहाँ पे हम उसकी पूरी उनको जो है सहायता दे रहे हैं। तो सर, पंजाब को कैसे देखते हैं, क्योंकि किसानों में भी गुस्सा है, जैसे चुनाव थे पीछे और आगे जो चुनाव है, क्योंकि किसान आंदोलन में किसानों में बहुत गुस्सा दिख रहा है, और कैसे देखते हैं पीएम मोदी और जो देखिए, देश का प्रधानमंत्री साहब मोदी साहब बुरी तरह फेल हो चुके हैं, बुरी तरह असफल है वो। आज देश का किसान, पूरे देश का किसान आज सड़कों पे है, दिल्ली के बॉर्डर पे है। क्या मांग कर रहा है कि 3 काले कानून जो किसानों की मौत के वारंट है उनको तुरंत रद्द किया जाए, और वो रद्द करने नहीं कर रहे, वो बार बार उनके फायदे गिना रहे हैं। पर लेकिन देश का किसान समझ चुका है, देश का किसान जान चुका है, देश का खेत मजदूर जान चुका है कि जो तीनों काले कानून हैं, जो तीनों काले कानून हैं, उनके मौत के वारंट हैं, उनके फांसी का फंदा है। तो इसीलिए देश का प्रधानमंत्री, मैं समझता हूँ वो पूंजीपतियों के हाथों में बिक चुका है। देश का प्रधानमंत्री बड़े बड़े कॉर्पोरेटिव सेक्टर के अदारे हैं उनमें बिक चुका है और आम जनता को मरने के लिए मजबूर कर रहा है। सो ये देश का किसान जब खड़ा होगा, क्योंकि देश जो है वो किसानों के ऊपर निर्भर करता है। देश में सबसे, पूरे देश में एक ही नारा लगता है कि देश, हिंदुस्तान जो भारत देश है, ये खेती बाड़ी पर चलता है, ये एग्रीकल्चर बेस्ड देश है। सो इस देश को जब एग्रीकल्चर सिस्टम को आप तबाह कर दोगे, देश कैसे बचेगा? तो आज ऐसे लग रहा है कि देश में बीजेपी की सरकार में पूरे हिटलर की जो है, हिटलर की आत्मा प्रवेश कर गई है। वो किसी को सुनते नहीं है, किसी की बात नहीं करते। आज हम उस बच्ची को मिलने आए हैं जो पंजाब से है। हमारे पर अलानी इमरजेंसी थोप दी गई है कि हम एक जेल मैनुअल के तहत, हम जेल